पत्थर ते सोने ते बहुत लगते ने, पर फिर वो जिहड़ी एक प्राचीनता आ उहदे विचों वो जिहड़ी आ वो क्षीण हो जाती है। इन्हां नूं संसद की इमारत पुरानी लगन लग पई, जद कि इहदे नालों दुगणियां 3 गुणा पुराणियां इमारतां दुनिया दे विच ने ते उत्थे संसद जिहड़ियां चल रहीआं ने। ते गल फिर उत्थे ही आउंदी आ जी कि प्रधान मंत्री दा गंगा दे विच डुबकी लगाउणा, केदारनाथ जाके किसी गुफा दे विच बैठ के वीडियोग्राफी करवा लैना, अपनी माता दे पैरां नूं हत्थ लगा के फोटोआं खिचवा लैण नाल ये सारियां चीज़ां जिहड़ियां हल नहीं होणीआं। हर चीज़ की फोटोग्राफी करके, हर चीज़ की वीडियोग्राफी करके, हर चीज़ नूं धर्म नाल जोड़ के, फिर हर चीज़ नूं सियासत नाल जोड़ के ना देखिया जावे। शर्मा जी, जे हुण असीं गल करिए प्रधानमंत्री नरेंद्र मोदी जी दी जो काशी गए हुए ने ते उत्थे उन्होंने काशी विश्वनाथ कोरीडोर के पहले पड़ाव का उद्घाटन किया और काफ़ी गल्लां सामने आ रही ने। जे असीं कहिए तां एक तां उन्होंने गंगा दे विचों डुबकी लगा के कहा कि मैं तां अपने आप नूं धन महसूस कर रहा वां। तां इहो जी पवित्र जगह ते जाके तां मैनूं लगदा जिहड़ा भी कोई जाएगा वो अपने आप नूं वड्डे भागां वाला ही महसूस करेगा। सो की कहना चाहोगे प्रधानमंत्री दी इस उद्घाटन ते इस फेरी बारे? 2014 ਦੇ ਇਲੈਕਸ਼ਨ ਦੀਆਂ ਉਹ ਯਾਦਾਂ ਆਉਂਦੀਆਂ, ਜਦੋਂ ਉਹ ਕਹਾਣੀ ਯਾਦ ਆਉਂਦੀ ਆ, ਉਹ ਇਹਨਾਂ ਦੇ ਕਹੇ ਹੋਏ ਬਚਨ ਯਾਦ ਆਉਂਦੇ ਆ ਮੋਦੀ ਜੀ ਦੇ, ਜਦੋਂ ਇਹ ਪ੍ਰਧਾਨ ਮੰਤਰੀ ਨਹੀਂ ਸੀ, ਇਹਨਾਂ ਨੇ ਹਾਲੇ ਬਣਨਾ ਸੀ ਜੀ। ਤੇ ਬੜੀ ਚਰਚਾ ਸੀ ਕਿ ਇਹਨਾਂ ਨੇ ਇਲੈਕਸ਼ਨ ਕਿੱਥੋਂ ਲੜਨੀ ਆ, ਤੇ ਇਹਨਾਂ ਨੇ ਬਨਾਰਸ ਜਿਹੜੀ ਸੀਟ ਆ ਉਹ ਚੁਣੀ ਸੀ। ਤੇ ਬਨਾਰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਹਰਪ੍ਰੀਤ ਜੀ, ਤੇ ਕਿਹਾ ਜਾਂਦਾ ਕਿ ਕਾਸ਼ੀ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਚੋਂ, ਤੇ ਹਿੰਦੂ ਧਰਮ ਦੇ ਵਿੱਚ ਭਗਵਾਨ ਸ਼ੰਕਰ ਦਾ ਦਵਾਰ ਇਹਨੂੰ ਮੰਨਿਆ ਜਾਂਦਾ। ਕਿਹਾ ਜਾਂਦਾ ਕਿ ਉੱਥੇ ਕਾਸ਼ੀ ਨਰੇਸ਼ ਜਿਹੜੇ ਨੇ, ਉਸ ਸ਼ਹਿਰ ਦਾ ਜਿਹੜਾ ਰਾਜਾ ਆ ਉਹ ਭਗਵਾਨ ਸ਼ੰਕਰ ਆਪ ਨੇ ਜੀ। ਤੇ ਹਿੰਦੂ ਧਰਮ ਦੇ ਵਿੱਚ ਇਹ ਵੀ ਮੰਨਿਆ ਜਾਂਦਾ ਕਿ ਜਿਸ ਬੰਦੇ ਦੀ ਮੌਤ ਉੱਥੇ ਹੁੰਦੀ ਆ ਉਹ ਸਵਰਗ ਲਈ ਉੱਥੋਂ ਜਿਹੜਾ ਰਸਤਾ ਆ ਉਹ ਬਹੁਤ ਨੇੜੇ ਆ ਜੀ। ਗੰਗਾ ਦੀ ਜੇ ਗੱਲ ਕਰੀਏ ਤਾਂ ਇਸ ਤੋਂ ਵੱਡੀ ਸ਼ਾਇਦ ਹੀ ਕੋਈ ਗੱਲ ਭਾਰਤ ਦੇ ਵਿੱਚ ਹੋਵੇ ਜਿੰਨੀ ਵੱਡੀ ਗੰਗਾ ਨਦੀ ਦੀ ਗੱਲ ਆ, ਜਿੰਨਾ ਵੱਡਾ ਇਹਦਾ ਪ੍ਰਤਾਪ ਆ, ਜਿੰਨੀ ਇਹਦੀ ਮਾਨਤਾ ਆ, ਜਿੰਨਾ ਇਹਦਾ ਧਾਰਮਿਕ ਮਹੱਤਵ ਆ, ਓਨਾ ਹੀ ਇਹਦਾ ਸਾਮਰਿਕ ਮਹੱਤਵ ਆ, ਓਨਾ ਹੀ ਇਹਦਾ ਭਾਰਤ ਦਾ ਸਮਾਜਿਕ ਮਹੱਤਵ ਆ। ਭਾਰਤ ਦੇ ਲਗਭਗ ਸਾਰੇ ਵੱਡੇ ਸ਼ਹਿਰ ਜਿਹੜੇ ਆ ਉਹ ਇਸੇ ਨਦੀ ਦੇ ਨਾਲ ਵਸੇ ਹੋਏ ਨੇ। ਉੱਤਰਾਖੰਡ, ਦੇਹਰਾਦੂਨ ਤੋਂ ਉੱਪਰ ਗੰਗੋਤਰੀ ਤੋਂ ਸ਼ੁਰੂ ਹੋ ਕੇ ਇਹ ਘੁੰਮਦੀ ਬੰਗਾਲ 'ਚ ਜਾ ਕੇ ਸਮੁੰਦਰ ਦੇ ਵਿੱਚ ਸਮਾਉਂਦੀ ਆ। ਤੇ ਪ੍ਰਧਾਨ ਮੰਤਰੀ ਮੋਦੀ ਦੀ ਅਸੀਂ ਗੱਲ ਸ਼ੁਰੂ ਕੀਤੀ ਸੀ, ਉਹਨਾਂ ਨੇ ਕਿਹਾ ਸੀਗਾ ਕਿ ਮੈਂ ਨਾ ਯਹਾਂ ਆਇਆ ਹੂੰ, ਮੁਝੇ ਤੋਂ ਮਾਂ ਗੰਗਾ ਨੇ ਬੁਲਾਇਆ ਹੈ। ਸੋ ਉਹ ਜਿਹੜੀ ਜੁਮਲਿਆਂ ਦੀ ਰਾਜਨੀਤੀ ਉਹ ਕਰਦੇ ਆ, ਉਹਦੇ ਵਿੱਚ ਉਹ ਲੋਕਾਂ ਨੂੰ ਆਪਣੇ ਨਾਲ ਤੋਰ ਲੈਂਦੇ ਆ, ਇਹ ਗੱਲ ਵੱਖਰੀ ਆ। ਤੇ ਜੇਕਰ ਅਸੀਂ ਇਸ ਸ਼ਹਿਰ ਦੀ ਗੱਲ ਕਰੀਏ ਤੇ ਇਹਦੇ ਨਾਲ 2 ਸ਼ਹਿਰ ਫਿਰ ਮੱਲੋ ਮੱਲੀ ਸਾਡੇ ਚੇਤਿਆਂ 'ਚ ਆ ਜਾਂਦੇ ਨੇ ਜੀ, ਅਯੁੱਧਿਆ ਤੇ ਮਥੁਰਾ। ਅਯੁੱਧਿਆ ਦਾ ਸੰਬੰਧ ਭਗਵਾਨ ਰਾਮ ਨਾਲ ਦੱਸਿਆ ਜਾਂਦਾ, ਤੇ ਮਥੁਰਾ ਦਾ ਸ਼੍ਰੀ ਕ੍ਰਿਸ਼ਨ ਜੀ ਨਾਲ, ਤੇ ਕਾਸ਼ੀ ਦਾ ਭਗਵਾਨ ਸ਼ੰਕਰ ਦੇ ਨਾਲ। ਤੇ ਇਹਨਾਂ ਤਿੰਨਾਂ ਦੇਸ਼ਾਂ, ਇਹਨਾਂ ਤਿੰਨਾਂ ਸ਼ਹਿਰਾਂ ਦੀ, ਇਹਨਾਂ ਤਿੰਨਾਂ ਰਾਸ਼ਟਰਾਂ ਦੀ, ਇਹਨਾਂ ਤਿੰਨਾਂ ਵੱਡੇ ਧਾਰਮਿਕ ਹਿੰਦੂਆਂ ਦੇ ਸਥਾਨਾਂ ਦੀ ਹੋਣੀ ਵੀ ਇੱਕੋ ਜਿਹੀ ਆ ਕਿ ਇਹਨਾਂ ਤਿੰਨਾਂ ਦੇ ਵਿੱਚ ਤਿੰਨਾਂ ਹੀ ਵੱਡੇ ਮੰਦਿਰਾਂ ਦੇ ਨਾਲ ਔਰੰਗਜ਼ੇਬ ਨੇ ਤੋੜ ਭੰਨ ਵੀ ਕੀਤੀ ਤੇ ਮਸਜਿਦ ਵੀ ਬਣਾਈਆਂ। ਅਯੁੱਧਿਆ ਵਾਲਾ ਮਸਲਾ ਬਹੁਤ ਸਾਲ, ਬਹੁਤ ਦਹਾਕੇ, ਈਵਨ ਸਦੀ ਤੋਂ ਵੀ ਜ਼ਿਆਦਾ ਲਟਕ ਕੇ ਹੁਣ ਹੱਲ ਕਰ ਲਿਆ ਗਿਆ। ਤੇ ਉਸ ਤੋਂ ਬਾਅਦ ਸਿਆਸਤ ਦੇ ਨਜ਼ਰੀਏ ਤੋਂ ਇਹਨਾਂ ਦੋਨਾਂ ਮੁੱਦਿਆਂ ਨੂੰ ਵੀ ਉਠਾਇਆ ਜਾ ਰਿਹਾ, ਮਥੁਰਾ ਨੂੰ ਵੀ ਤੇ ਕਾਸ਼ੀ ਵਾਲੇ ਨੂੰ ਵੀ। ਉੱਥੇ ਬਿਲਕੁਲ ਮੰਦਿਰ ਪਰਿਸਰ ਦੇ ਨਾਲ ਗਿਆਨਵਾਪੀ ਮਸਜਿਦ ਬਣੀ ਹੋਈ ਆ। ਬੜੀਆਂ ਸਾਰੀਆਂ ਉੱਥੇ ਕਹਾਣੀਆਂ ਨੇ ਉਸ ਮਸਜਿਦ ਨੂੰ ਲੈ ਕੇ। ਤੇ ਕਾਸ਼ੀ ਵਿਸ਼ਵਨਾਥ ਜਿਹੜਾ ਹਿੰਦੂ ਟੈਂਪਲ ਆ, ਉਹ ਭਗਵਾਨ ਸ਼ੰਕਰ ਦੇ 12 ਜੋਤੀਲਿੰਗ ਜਿਹੜੇ ਭਾਰਤ ਵਿੱਚ ਨੇ ਉਹਨਾਂ ਵਿੱਚੋਂ ਇੱਕ ਆ। ਪੱਛਚਿਮ ਉਹਦੇ ਗੰਗਾ ਦੇ ਉਹਦੇ ਪੱਛਚਿਮ 'ਚ ਆ, ਤੇ ਉੱਥੋਂ ਇਹਨਾਂ ਨੇ ਇੱਕ ਸੋਚ ਆਈ, ਇੱਕ ਖਿਆਲ ਇਹਨਾਂ ਦੇ ਵਿੱਚ ਆਇਆ ਕਿ ਉਸ ਮੰਦਿਰ ਨੂੰ ਵੱਡਾ ਬਣਾਇਆ ਜਾਵੇ। 3000 ਵਰਗ ਫੁੱਟ ਦਾ ਖੇਤਰ ਸੀ, ਬਹੁਤ ਵੱਡਾ ਮੰਦਿਰ ਨਹੀਂ ਸੀ, ਪਰ ਹੁਣ ਉਹਨੂੰ ਕੋਰੀਡੋਰ ਨੂੰ ਆਲੇ ਦੁਆਲੇ ਜਿਹੜੀਆਂ ਜ਼ਮੀਨਾਂ ਸੀ, ਆਲੇ ਦੁਆਲੇ ਜਿਹੜੇ ਘਰ ਸੀ ਉਹਨਾਂ ਨੂੰ ਲੈ ਕੇ, ਆਲੇ ਦੁਆਲੇ ਜਿਹੜੇ ਵਪਾਰਕ ਸੰਸਥਾਨ ਸੀ ਉਹਨਾਂ ਨੂੰ ਲੈ ਕੇ ਉਹ ਸ਼ਾਇਦ 54000 ਵਰਗ ਫੁੱਟ ਦਾ ਕਰ ਦਿੱਤਾ ਗਿਆ। ਤੇ ਉਹਨੂੰ ਅੱਗਿਓਂ 3 ਲੱਖ ਵਰਗ ਫੁੱਟ ਤੋਂ ਵੀ ਵੱਡਾ ਕਰਨ ਦੀ ਜਿਹੜੀ ਯੋਜਨਾ ਆ, ਜਿਹਦਾ ਉਹਦਾ ਪਹਿਲਾ ਪੜਾਅ ਆ, ਉਹਦਾ ਉਦਘਾਟਨ ਕਰ ਦਿੱਤਾ ਗਿਆ ਜੀ। ਅੱਗੇ ਮੰਦਿਰ ਬਹੁਤ ਛੋਟੀਆਂ ਗਲੀਆਂ 'ਚ ਹੋ ਕੇ ਜਾਣਾ ਪੈਂਦਾ ਸੀ, ਤੇ ਲਗਭਗ ਰਾਊਂਡ ਦਾ ਈਅਰ ਸਾਰਾ ਸਾਲ ਹੀ ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕਰਨ ਲਈ ਭਗਤਾਂ ਦੀ ਜਿਹੜੀ ਭੀੜ ਸੀ, ਸ਼ਰਧਾਲੂਆਂ ਦੀ, ਉਹ ਲੱਗੀ ਰਹਿੰਦੀ ਸੀ ਜੀ। ਤੇ ਬਹੁਤ ਸਾਰੇ ਪ੍ਰਬੰਧ ਹੋਣ ਦੇ ਬਾਵਜੂਦ ਵੀ ਜਿਹੜਾ ਰਸ਼ ਸੀਗਾ ਉਹ ਘੱਟ ਨਹੀਂ ਸੀ ਹੁੰਦਾ। ਹੁਣ ਕੋਰੀਡੋਰ ਬਣਨ ਤੋਂ ਬਾਅਦ ਇਹ ਉਮੀਦ ਕੀਤੀ ਜਾਵੇਗੀ ਕਿ ਰਸ਼ ਜਿਹੜਾ ਹੈ ਉਹ ਘੱਟ ਜਾਏਗਾ, ਲੋਕਾਂ ਨੂੰ ਜਿਹੜੇ ਆ ਸੌਖਿਆਂ ਮੰਦਿਰ ਤੱਕ ਜਿਹੜੀ ਅਪਰੋਚ ਹੈ ਉਹ ਹੋ ਜਾਵੇਗੀ। ਬਹੁਤ ਵੱਡਾ ਸ਼ਹਿਰ ਆ ਕਾਸ਼ੀ,
ਇਹਦੇ ਨਾਲ ਇਸ ਸ਼ਹਿਰ ਨੂੰ ਬਨਾਰਸ ਵੀ ਕਿਹਾ ਜਾਂਦਾ, ਜੀ ਵਾਰਾਣਸੀ ਵੀ ਇਹਨੂੰ ਕਿਹਾ ਜਾਂਦਾ। ਗੰਗਾ ਦੇ ਤੱਟ ਦੇ ਨਾਲ ਬਹੁਤ ਸਾਰੇ ਘਾਟ ਬਣੇ ਹੋਏ ਨੇ, ਰਾਜਾ ਹਰੀਸ਼ ਚੰਦਰ ਘਾਟ ਆ, ਕਰਣਕਾ ਘਾਟ, ਮਨੀਕਰਣਕਾ ਘਾਟ ਆ, ਜਿੱਥੇ ਅਕਸਰ ਜਿਹੜੀਆਂ ਚਿਤਾਵਾਂ ਆ ਉਹ ਜਲਦੀਆਂ ਰਹਿੰਦੀਆਂ ਨੇ। ਜੀ ਉਹਨਾਂ 'ਤੇ ਵੱਖ-ਵੱਖ ਡਾਕੂਮੈਂਟਰੀਜ਼ ਵੱਖ-ਵੱਖ ਸਮੇਂ 'ਤੇ ਫਿਲਮਾਂ ਦੀ ਅਸੀਂ ਦੇਖਦੇ ਰਹਿੰਦੇ ਹਾਂ। ਅਤੇ ਕਾਸ਼ੀ ਜਿਹੜਾ ਆ ਉਹ ਸਿਰਫ ਹਿੰਦੂਆਂ ਦਾ ਹੀ ਨਹੀਂ, ਹੋਰ ਵੀ ਵੱਖ-ਵੱਖ ਸਮੁਦਾਇ ਦੇ ਲੋਕਾਂ ਲਈ ਬਹੁਤ ਹੀ ਇੰਪੋਰਟੈਂਟ ਆ। ਜਦੋਂ ਅਸੀਂ ਰਮਾਇਣ ਦੀ ਗੱਲ ਕਰਦੇ ਹਾਂ ਤਾਂ ਮਹਾਕਵੀ ਤੁਲਸੀਦਾਸ ਦੀ ਗੱਲ ਸਾਡੇ ਸਾਹਮਣੇ ਆਉਂਦੀ ਆ, ਅਤੇ ਤੁਲਸੀਦਾਸ ਦੇ ਬਾਰੇ ਵੀ ਕਿਹਾ ਜਾਂਦਾ ਕਿ ਉਹ ਵੀ ਬਹੁਤਾ ਲੰਬਾ ਸਮਾਂ ਉੱਥੇ ਰਹਿ ਕੇ ਉਹਨਾਂ ਨੇ ਰਚਨਾ ਕੀਤੀ। ਭਗਤ ਰਵਿਦਾਸ ਦਾ ਅਸੀਂ ਜ਼ਿਕਰ ਅਕਸਰ ਕਰਦੇ ਹਾਂ, ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਆ। ਉਹਨਾਂ ਦਾ ਜਿਹੜਾ ਸ਼ਹਿਰ ਆ ਉਹ ਵੀ ਬਿਲਕੁਲ ਕਾਸ਼ੀ ਦੇ ਵਿੱਚ ਹੀ ਸਮਾਇਆ ਹੋਇਆ। ਅਤੇ ਜੇਕਰ ਐਜੂਕੇਸ਼ਨ ਦੇ ਮਹੱਤਵ ਤੋਂ ਦੇਖੀਏ ਤਾਂ ਬਨਾਰਸ ਹਿੰਦੂ ਯੂਨੀਵਰਸਿਟੀ ਭਾਰਤ ਦੀਆਂ ਟੌਪ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਉਹਦਾ ਨਾਮ ਰਹਿੰਦਾ ਆ। ਉਹਦਾ ਬਹੁਤ ਆਲੀਸ਼ਾਨ ਕਈ ਕਿਲੋਮੀਟਰਾਂ 'ਚ ਤੁਸੀਂ ਕਹਿ ਲਓ ਫੈਲਿਆ ਹੋਇਆ ਕੈਂਪਸ ਆ ਉੱਥੇ। ਜਦੋਂ ਫਿਰ ਅਸੀਂ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਤਾਂ ਫਿਰ ਬਦੋ-ਬਦੀ ਕਾਂਗਰਸ ਦੇ ਜਾਂ ਭਾਰਤ ਦੀ ਆਜ਼ਾਦੀ ਵੇਲੇ ਦੇ ਉਹ ਬੰਦੇ ਸਾਹਮਣੇ ਆਉਂਦੇ ਨੇ, ਉਹ ਵਿਜ਼ਨਰੀ ਸਾਹਮਣੇ ਆਉਂਦੇ ਨੇ, ਉਹ ਦੂਰਦਰਸ਼ੀ ਲੋਕ ਸਾਹਮਣੇ ਆਉਂਦੇ ਨੇ। ਪੰਡਤ ਮਦਨ ਮੋਹਨ ਮਾਲਵੀਆ ਵਰਗੇ, ਜਿਨ੍ਹਾਂ ਨੇ ਉਦੋਂ ਦੇ ਰਾਜੇ ਤੋਂ ਜ਼ਮੀਨ ਮੰਗੀ ਕਿ ਅਸੀਂ ਇੱਥੇ ਐਜੂਕੇਸ਼ਨ ਸੰਸਥਾਨ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਹਾਂ। ਅਤੇ ਉਦੋਂ ਸਮੇਂ ਦੇ ਸ਼ਾਸਕ ਨੇ ਜਿਹੜੇ ਵੀ ਉੱਥੇ ਰਿਆਸਤ ਦੇ ਰਾਜਾ ਰਹੇ ਹੋਣਗੇ, ਜਿਨ੍ਹਾਂ ਨੂੰ ਕਾਸ਼ੀ ਨਰੇਸ਼ ਕਿਹਾ ਜਾਂਦਾ। ਹਾਲਾਂਕਿ ਕਾਸ਼ੀ ਨਰੇਸ਼ ਭਗਵਾਨ ਸ਼ਿਵ ਨੂੰ ਹੀ ਕਿਹਾ ਜਾਂਦਾ, ਪਰ ਫਿਰ ਵੀ ਗੱਦੀ ਨਸ਼ੀਨ ਜੋ ਵੀ ਸੀ ਉਹਨਾਂ ਨੇ ਉਹਨਾਂ ਨੂੰ ਜ਼ਮੀਨ ਦਿੱਤੀ ਉੱਥੇ। ਅਤੇ ਮੈਂ ਪਿੱਛੇ ਜਿਹੇ ਗਿਆ ਸੀ ਇੱਕ ਵਾਰ, ਅਤੇ ਉੱਥੇ ਕੁਝ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ, ਅਤੇ ਉਹਨਾਂ ਨੇ ਦੱਸਿਆ ਕਿ ਇਸ ਯੂਨੀਵਰਸਿਟੀ ਵੇਲੇ ਜਿਨ੍ਹਾਂ ਲੋਕਾਂ ਨੇ ਜ਼ਮੀਨ ਦਿੱਤੀ ਉਹਨਾਂ ਨੂੰ ਦੋ ਆਪਸ਼ਨ ਸੀਗੀਆਂ, ਜਾਂ ਤਾਂ ਉਹ ਜ਼ਮੀਨ ਦੇ ਪੈਸੇ ਲੈ ਲੈਣ ਅਤੇ ਜਾਂ ਫਿਰ ਆਪਣੇ ਕੁਝ ਬੱਚਿਆਂ ਨੂੰ ਇੱਥੇ ਪੜ੍ਹਾ ਲੈਣ। ਅਤੇ ਕਿਹਾ ਜਾਂਦਾ ਕਿ ਜਿਨ੍ਹਾਂ ਨੇ ਜ਼ਮੀਨ ਦਿੱਤੀ ਸੀ, ਜਿਨ੍ਹਾਂ ਦੇ ਬੱਚੇ ਉਸ ਸਮੇਂ 'ਚ ਇਸ ਯੂਨੀਵਰਸਿਟੀ 'ਚ ਪੜ੍ਹੇ ਸਨ, ਉਹ ਅੱਜ ਸ਼ਹਿਰ ਦੇ ਸਭ ਤੋਂ ਵੱਡੇ ਲੋਕਾਂ 'ਚ ਸ਼ੁਮਾਰ ਨੇ। ਸਿੱਖਿਆ ਦਾ ਮਹੱਤਵ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਆ। ਸੋ ਹੁਣ ਤੁਸੀਂ ਜਿਹੜੀ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਕੀਤੀ ਹੈ, ਕਾਸ਼ੀ ਵਿਸ਼ਵਨਾਥ ਕੋਰੀਡੋਰ ਨੂੰ ਲੈ ਕੇ ਉਹਨਾਂ ਨੇ ਉਸ ਮੰਦਿਰ ਨੂੰ ਇੱਕ ਵੱਡ ਆਕਾਰੀ ਬਿਲਡਿੰਗ ਦੇ ਵਿੱਚ ਤਬਦੀਲ ਕੀਤਾ। ਉੱਥੇ ਉਹਨਾਂ ਨੇ ਆਰਕੀਟੈਕਚਰਲ ਪੁਆਇੰਟ ਆਫ ਵਿਊ ਤੋਂ ਕਿਹੋ ਜਿਹੀਆਂ ਤਬਦੀਲੀਆਂ ਕੀਤੀਆਂ, ਇਹ ਤਾਂ ਹੌਲੀ ਗੱਲਾਂ ਬਾਹਰ ਆਉਣਗੀਆਂ। ਦੋਨੋਂ ਉਹਦੇ ਆਸਪੈਕਟਸ ਨੇ, ਚੰਗੇ ਵਾਲੇ ਪਾਸਾ ਵੀ ਹੈ ਅਤੇ ਦੂਜੇ ਵਾਲਾ ਪਾਸਾ ਵੀ ਹੈ। ਅਸੀਂ ਅਕਸਰ ਜਦੋਂ ਪੁਰਾਣੀਆਂ ਬਿਲਡਿੰਗਸ ਨੂੰ ਨਵੀਆਂ ਦੇ ਵਿੱਚ ਤਬਦੀਲ ਕਰਦੇ ਹਾਂ ਅਤੇ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਜਿਹੜਾ ਇਤਿਹਾਸਕ ਮਹੱਤਵ ਆ ਉਹ ਫਿਰ ਗੁਆਚ ਜਾਂਦਾ। ਉਹ ਪੱਥਰ ਅਤੇ ਸੋਹਣੇ ਤਾਂ ਬਹੁਤ ਲੱਗਦੇ ਨੇ, ਪਰ ਫਿਰ ਉਹ ਜਿਹੜੀ ਇੱਕ ਪ੍ਰਾਚੀਨਤਾ ਆ ਉਹਦੇ ਵਿੱਚੋਂ ਉਹ ਜਿਹੜੀ ਆ ਉਹ क्षीण ਹੋ ਜਾਂਦੀ ਆ। ਬਿਲਕੁਲ। ਪਰ ਸਮੇਂ ਦੇ ਨਾਲ ਇਹਨਾਂ ਦਾ ਜਿਹੜਾ ਇੱਕ ਵਿਜ਼ਨ ਆ, ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਆਪਣੀ ਮੋਹਰ ਲਾਉਣ ਦਾ, ਆਪਣਾ ਠੱਪਾ ਲਾਉਣ ਦਾ, ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਚੰਗੀ ਲੱਗੇਗੀ ਅਤੇ ਬਹੁਤ ਸਾਰੇ ਮੇਰੇ ਵਰਗਿਆਂ ਨੂੰ ਇਹ ਗੱਲ ਚੰਗੀ ਨਹੀਂ ਵੀ ਲੱਗੇਗੀ। ਇਹਨਾਂ ਨੂੰ ਸੰਸਦ ਦੀ ਇਮਾਰਤ ਪੁਰਾਣੀ ਲੱਗਣ ਲੱਗ ਪਈ, ਜਦ ਕਿ ਇਹਦੇ ਨਾਲੋਂ ਦੁੱਗਣੀਆਂ 3 ਗੁਣਾ ਪੁਰਾਣੀਆਂ ਇਮਾਰਤਾਂ ਦੁਨੀਆ ਦੇ ਵਿੱਚ ਨੇ, ਅਤੇ ਉੱਥੇ ਸੰਸਦ ਜਿਹੜੀਆਂ ਆ ਚੱਲ ਰਹੀਆਂ ਨੇ। ਪਰ ਇਹ ਗੱਲ ਨੂੰ ਯਾਦ ਰਖਾਉਣਾ ਚਾਹੁੰਦੇ ਨੇ ਲੋਕ, ਮਨਾਂ ਦੇ ਵਿੱਚ ਇਸ ਗੱਲ ਨੂੰ ਪਾਉਣਾ ਚਾਹੁੰਦੇ ਨੇ, ਇਤਿਹਾਸ ਦੇ ਵਿੱਚ ਆਪਣੇ ਆਪ ਨੂੰ ਦਰਜ ਕਰਾਉਣਾ ਚਾਹੁੰਦੇ ਨੇ ਕਿ ਸੰਸਦ ਦਾ ਜਿਹੜਾ ਸੈਂਟਰਲ ਵਿਸਟਾ ਪ੍ਰੋਜੈਕਟ ਆ ਉਹ ਮੈਂ ਬਣਾਇਆ ਸੀ। ਇੱਥੇ ਗੋਲਡਨ ਕੋਰੀਡੋਰ ਜਿਹੜਾ ਆ ਇੱਥੇ ਮੈਂ ਬਣਾਇਆ ਸੀ। ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਵੱਡਾ ਮੇਰੇ ਹੁੰਦੇ ਤੇ ਹੋਇਆ। ਉਹ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਮੈਂ ਵਾਲੀ ਜਿਹੜੀ ਕਹਾਣੀ ਆ ਉਹ ਹੈ ਬਾਅਦ ਵਿੱਚ। ਪਰ ਇਹਨਾਂ ਸ਼ਹਿਰਾਂ ਦੇ ਇਤਿਹਾਸਕ ਮਹੱਤਵ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ। ਇਹਨਾਂ ਨੂੰ ਵੱਡਾ ਜੇ ਤੁਸੀਂ ਕਰਦੇ ਵੀ ਆ ਤਾਂ ਇਹਨਾਂ ਦੀ ਜਿਹੜੀ ਪੁਰਾਣੀ ਜਿਹੜੀ ਦਿੱਖ ਆ ਉਹਨੂੰ ਬਰਕਰਾਰ ਰੱਖਿਆ ਜਾਵੇ। ਠੀਕ ਹੈ, ਲੋਕਾਂ ਦੀ ਗਿਣਤੀ ਵਧਣ ਦੇ ਨਾਲ ਉੱਥੇ ਕੁਝ ਸਮੱਸਿਆਵਾਂ ਆਉਂਦੀਆਂ ਨੇ, ਉਹਨਾਂ ਨੂੰ ਹੱਲ ਕਰਨ ਦੇ ਯਤਨ ਕੀਤੇ ਜਾਣ। ਅਤੇ ਗੱਲ ਫਿਰ ਉੱਥੇ ਹੀ ਆਉਂਦੀ ਆ ਜੀ ਕਿ ਪ੍ਰਧਾਨ ਮੰਤਰੀ ਦਾ ਗੰਗਾ ਦੇ ਵਿੱਚ ਡੁਬਕੀ ਲਗਾਉਣਾ ਜਾਂ ਪ੍ਰਧਾਨ ਮੰਤਰੀ ਦਾ ਕੇਦਾਰਨਾਥ ਜਾ ਕੇ ਕਿਸੇ ਗੁਫਾ ਦੇ ਵਿੱਚ ਬੈਠ ਕੇ ਵੀਡੀਓਗ੍ਰਾਫੀ ਕਰਵਾ ਲੈਣਾ ਜਾਂ ਪ੍ਰਧਾਨ ਮੰਤਰੀ ਦਾ ਆਪਣੇ ਪਿੰਡ ਜਾ ਕੇ ਆਪਣੀ ਮਾਤਾ ਦੇ ਪੈਰਾਂ ਨੂੰ ਹੱਥ ਲਗਾ ਕੇ ਫੋਟੋਆਂ ਖਿਚਵਾ ਲੈਣ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੱਲ ਨਹੀਂ ਹੋਣੀਆਂ। ਹੱਲ ਤੇ ਤਦ ਹੋਣੀਆਂ ਆ ਜੇਕਰ ਤੁਸੀਂ ਉਹਨਾਂ ਚੀਜ਼ਾਂ ਦਾ ਜਿਹੜਾ ਆ ਇੱਕ ਸਰੋਕਾਰ ਜਿਹੜਾ ਆ ਉਹਨਾਂ ਆਮ ਲੋਕਾਂ ਨਾਲ ਜੁੜਿਆ ਰਹਿਣ ਦਿਓ ਅਤੇ ਤੁਸੀਂ ਹਰ ਚੀਜ਼ ਦੀ ਫੋਟੋਗ੍ਰਾਫੀ ਕਰਕੇ, ਹਰ ਚੀਜ਼ ਦੀ ਵੀਡੀਓਗ੍ਰਾਫੀ ਕਰਕੇ, ਹਰ ਚੀਜ਼ ਨੂੰ ਧਰਮ ਨਾਲ ਜੋੜ ਕੇ, ਫਿਰ ਹਰ ਚੀਜ਼ ਨੂੰ ਸਿਆਸਤ ਨਾਲ ਜੋੜ ਕੇ ਨਾ ਦੇਖਿਆ ਜਾਵੇ। ਸ਼ਹਿਰ ਦੇ ਬਿਲਕੁਲ ਵਿੱਚੋਂ ਵਿੱਚ ਉਹ ਮੰਦਿਰ ਸਥਿਤ ਆ, ਉਹਨੂੰ ਵੱਡਾ ਕੀਤਾ ਜਾਣਾ ਵੀ ਜ਼ਰੂਰੀ ਸੀ, ਪਰ ਉਹਦੀ ਜਿਹੜੀ
ਆਪਣੀ ਦੇਖਿਆ ਉਹਨੂੰ ਪੂਰਾ ਰੱਖਿਆ ਜਾਵੇ। ਤੇ ਨਾਲ ਦੀ ਨਾਲ ਇਸ ਵੇਲੇ ਦੀ ਸਭ ਤੋਂ ਵੱਡੀ ਜ਼ਰੂਰਤ ਜਿਹੜੀ ਆ ਉਹ ਗੰਗਾ ਨਦੀ ਦੇ ਸਫਾਈ ਦੀ ਵੀ ਆ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਹਾਲਾਂਕਿ ਪਹਿਲਾਂ ਨਾਲੋਂ ਬਹੁਤ ਉਹ ਸਾਫ਼ ਆ, ਪਰ ਹਾਲੇ ਵੀ ਉੱਥੇ ਬਹੁਤ ਸਾਰੀਆਂ ਊਣਤਾਈਆਂ ਨੇ। ਗੰਗਾ ਦੇ ਪਾਣੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਿੱਥੋਂ ਉਹ ਸ਼ੁਰੂ ਹੁੰਦੀ ਆ ਤੇ ਜਦੋਂ ਉਹ ਸਮੁੰਦਰ 'ਚ ਜਾਂਦੀ ਆ, ਉਹਦੇ ਵਿੱਚ ਲੱਖਾਂ ਕੋਹਾਂ ਦਾ ਅੰਤਰ ਆ। ਸੋ ਉਹਦੀ ਸਫਾਈ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਹਾਲੇ ਕੀਤੀਆਂ ਜਾਣੀਆਂ ਚਾਹੀਦੀਆਂ ਨੇ, ਕੀਤੀਆਂ ਜਾਣੀਆਂ ਬਹੁਤ ਜ਼ਰੂਰੀ ਨੇ। ਫਿਰ ਵੀ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਜਿਹੜਾ ਪ੍ਰੋਜੈਕਟ ਸੀ, ਇੱਕ ਜਿਹੜਾ ਡ੍ਰੀਮ ਪ੍ਰੋਜੈਕਟ ਹੈ, ਉਹ ਕਹਿੰਦੇ ਆ ਕਿ ਮੈਂ ਕਾਸ਼ੀ ਨੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਉਣਾ ਚਾਹੁੰਦਾ। ਉਹ ਬਹੁਤ ਚੰਗੀ ਗੱਲ ਆ, ਪਰ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।